प्यारे विद्यार्थियों, जिवें कि सानूं सारिआं नूं पता है कि पिछले काफ़ी समय के उत्तों जिहड़ा साडा एक वक्त की एक नजाकत बनी हुई आ कि असीं स्कूलों के रैगूलर जिहड़ी पढ़ाई आ पहलां वांग नहीं कर पा रहे। लेकिन इहदा जिहड़ा एक साडे कोल बदल हैगा, जिहड़े साडे मानयोग एजुकेशन सैकटरी श्री कृष्ण कुमार जी ते सिक्ख्या मंत्री श्री विजय इंद्र सिंगला जी की अगवाई के जिहड़ा इंटरनेट जरिए असी बच्चों के नाल जिहड़ा साडे अध्यापकों नूं जुड़न का जिहड़ा सद्दा दिता गया, उहदे तहत ही असी अज अपनी जिहड़ी 12वीं जमात का इलैक्टिव पंजाबी का विशा है उहदे विच उहदे एक पाठ जिहड़ा असी लैके आए हैं। तो ये पाठ जिहड़ा मैं सूबा सिंह खैरा लैक्चरार पंजाबी सरकारी सीनियर सैकेंडरी स्कूल हरपुरा तंदोई लैके तुहाडे सन्मुख है। तो ये जिहड़ी साडे इलैक्टिव पंजाबी की बच्चों, जिवें तुहानूं पता है कि साडे 12वीं जमात दे विच 3 पुस्तकां आ, 3 पाठ पुस्तकां। सब तो पहली हैगी आ पंजाबी का मध्यकालीन पंजाबी काव्य झलकां ते इतिहास, दूसरी ਸਾਹਿਤ बोध ते तीसरी पाठ पुस्तक साडे कोल हैगी आप बीतियां। अज असीं जिहड़ा कविता का जिहड़ा भाग है, कविता की जिहड़ी किताब है मध्यकालीन पंजाबी काव्य झलकां ते इतिहास, उहदी जिहड़ी शुरुआत है, शुरुआत करते हैं। मध्यकालीन मैं सब तो पहला बच्चों तुहानूं दसना चाहांगा कि मध्यकालीन पंजाबी काव्य की है। पंजाबी कविता के 3 जिहड़े काल जिहड़े बनाए गए ने विद्वानां वल्लों, ਸਾਹਿਤ ਦੇ विद्वानां वल्लों, भई आदि काल, मध्यकाल ते आधुनिक काल। इस तरह ही जिहड़ा मध्य काल जिहड़ा वा ये बाबा फरीद जी तो शुरू हो के ते गुरु गोबिंद सिंह जी तक जिहड़ा चलदा आ, जिहड़ा वीर कावती जिहड़ी शाह मुहम्मद जी ने जिहड़ा आखिरी लिखिया सीगा जिहड़ा जंगनामा, ਉਹਦੇ तक ਜਿਹੜਾ ਸਾਡਾ ਅਸੀਂ ਮੱਧਕਾਲ ਜਿਹੜਾ ਪੰਜਾਬੀ ਕਵਿਤਾ ਦਾ ਉਹਨੂੰ ਮੰਨਦੇ ਹਾਂ। ਤੇ ਜਿਹੜੀ ਇਹਦੀ ਸ਼ੁਰੂਆਤ ਹੈ ਮੱਧਕਾਲ ਦੀ, ਉਹ ਆਪਾਂ ਮੰਨਦੇ ਹਾਂ ਬਾਬਾ ਫਰੀਦ ਜੀ ਨੂੰ, ਬਾਬਾ ਸ਼ੇਖ ਫਰੀਦ ਜੀ ਨੂੰ ਅਸੀਂ ਪੰਜਾਬੀ ਕਵਿਤਾ ਦਾ ਪਿਤਾ ਵੀ ਕਹਿੰਦੇ ਹਾਂ। ਕਿਉਂਕਿ ਪੰਜਾਬੀ ਕਵਿਤਾ ਭਾਵੇਂ ਬਾਬਾ ਫਰੀਦ ਜੀ ਤੋਂ ਪਹਿਲਾਂ ਵੀ ਨਾਥਾਂ ਜੋਗੀਆਂ ਦੀ ਕਵਿਤਾ ਦੇ ਵਿੱਚ ਪੰਜਾਬੀ ਕਵਿਤਾ ਮਿਲਦੀ ਸੀ, ਲੇਕਿਨ ਉਹ ਜਿਹੜੀ ਜਿਸ ਤਰ੍ਹਾਂ ਜੋ ਠੇਠਤਾ ਬਾਬਾ ਫਰੀਦ ਜੀ ਨੇ ਪੰਜਾਬੀ ਕਵਿਤਾ ਦੇ ਵਿੱਚ ਲੈ ਕੇ ਆਂਦੀ ਆ, ਉਹ ਉਹਨਾਂ ਜਿਹੜੀ ਪੰਜਾਬੀ ਦੀ ਅਪਭ੍ਰੰਸ਼ ਜਿਹੜੀ ਭਾਸ਼ਾ ਸੀ ਉਹਦੇ ਵਿੱਚ ਉਹ ਨਾਥਾਂ ਜੋਗੀਆਂ ਦੀ ਕਵਿਤਾ, ਲੇਕਿਨ ਜੋ ਠੇਠ ਪੰਜਾਬੀ ਦੇ ਵਿੱਚ ਬਾਬਾ ਫਰੀਦ ਜੀ ਨੇ ਸਭ ਤੋਂ ਪਹਿਲਾਂ ਇਹ ਕਵਿਤਾ ਲੈ ਕੇ ਆਂਦੀ ਸ਼ਲੋਕਾਂ ਦੇ ਰੂਪ ਵਿੱਚ ਬੱਚਿਓ। ਤੇ ਜਿਹਨੂੰ ਇਸ ਕਰਕੇ ਅਸੀਂ ਬਾਬਾ ਫਰੀਦ ਜੀ ਨੂੰ ਜਿਹੜਾ ਸਾਡੀ ਪੰਜਾਬੀ ਕਵਿਤਾ ਦਾ ਮੋਢੀ ਕਵੀ, ਆਪਾਂ ਇਹਨੂੰ ਪੰਜਾਬੀ ਕਵਿਤਾ ਦਾ ਪਿਤਾਮਾ ਵੀ ਕਹਿ ਦਿੰਦੇ ਹਾਂ। ਸਾਡੀ ਜਿਹੜੀ ਪੁਸਤਕ ਹੈ ਕਵਿਤਾ ਦੀ, ਉਹਦੇ ਵਿੱਚ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਦੇ ਹੀ ਦੀ ਕਵਿਤਾ ਹੈ। ਬਾਬਾ ਸ਼ੇਖ ਫਰੀਦ ਜੀ, ਬਾਬਾ ਸ਼ੇਖ ਫਰੀਦ ਬੱਚਿਓ ਚਿਸ਼ਤੀ ਜਿਹੜੀ ਹੈਗੀ ਕਾਦਰੀ ਸੰਪਰਦਾਇ ਜਿਹੜੀ ਸੀਗੀ, ਉਹ ਸੂਫੀ ਕਵੀਆਂ ਦੀ ਉਹਦੇ ਇਹ ਮੋਢੀ ਸੀਗੇ। ਜਿੱਦਾਂ ਸਾਡੇ ਪੰਜਾਬ ਦਾ ਇਤਿਹਾਸ ਤੁਸੀਂ ਬੱਚੇ ਜਾਣਦੇ ਹੋ ਕਿ ਪੰਜਾਬ ਦੇ ਜਿਹੜੇ ਸਾਡੇ ਮੁਸਲਮਾਨ ਹਮਲਾਵਰ ਜਦੋਂ ਸਾਡੇ ਭਾਰਤ ਦੇ ਵਿੱਚ ਆਏ, ਉਹਨਾਂ ਨੇ ਜ਼ਬਰਦਸਤੀ ਸਾਡੇ ਦੇਸ਼ ਦਾ ਇਲਾਕਾ ਵੀ ਮੱਲਿਆ, ਜ਼ਬਰਦਸਤੀ ਲੋਕਾਂ ਨੂੰ ਮੁਸਲਮਾਨ ਬਣਾਇਆ, ਇਸਲਾਮ ਲੋਕਾਂ ਦੇ ਉੱਤੇ ਉਹਨਾਂ ਨੇ ਠੋਸਿਆ। ਲੇਕਿਨ ਉਹਨਾਂ ਦੇ ਨਾਲ ਕੁਛ ਇਸ ਤਰ੍ਹਾਂ ਦੇ ਸੂਫੀ ਫਕੀਰ ਵੀ ਆਏ ਸੀ ਜਿਨ੍ਹਾਂ ਨੇ ਆਪਣਾ ਜਿਹੜਾ ਇਸਲਾਮ ਦੇ ਪ੍ਰਚਾਰ ਦਾ ਜਿਹੜਾ ਮਾਧਿਅਮ ਸੀ ਪਿਆਰ ਨੂੰ ਬਣਾਇਆ, ਪਿਆਰ ਨਾਲ ਉਹਨਾਂ ਨੇ ਲੋਕਾਂ ਨੂੰ ਜਿਹੜਾ ਸੀ ਇਸ ਵੱਲ ਪ੍ਰੇਰਿਆ, ਜਿਨ੍ਹਾਂ ਵਿੱਚੋਂ ਬਾਬਾ ਫਰੀਦ ਜੀ ਇਹ ਮੁੱਖ ਹੋਏ ਆ। ਤੇ ਇਸ ਕਰਕੇ ਅਸੀਂ ਆਪਣਾ ਜਿਹੜਾ ਸਾਡੀ ਪੁਸਤਕ ਦਾ ਸਭ ਤੋਂ ਪਹਿਲਾ ਜਿਹੜਾ ਪਾਠ ਹੈ ਬਾਬਾ ਫਰੀਦ ਜੀ ਦਾ, ਇੱਕ ਇਹਦੇ ਵਿੱਚ ਸ਼ਬਦ ਹੈ। ਬਾਬਾ ਫਰੀਦ ਜੀ ਨੇ 4 ਸ਼ਬਦ ਤੇ 112 ਸ਼ਲੋਕ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ, ਜਿਹੜੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੇ ਮੌਕੇ ਪਾਕ ਪਟਨ ਦੇ ਵਿੱਚੋਂ ਬਾਬਾ ਫਰੀਦ ਜੀ ਦੇ 24ਵੇਂ ਜਿਹੜਾ ਇਹਨਾਂ ਦਾ ਉੱਤਰਾਧਿਕਾਰੀ ਸੀ ਉਸ ਵੇਲੇ ਗੱਦੀ 'ਤੇ ਬੈਠਾ, ਉਹਦੇ ਕੋਲੋਂ ਪ੍ਰਾਪਤ ਕੀਤੇ ਸੀ। ਜਿਸ ਤਰ੍ਹਾਂ ਤੁਹਾਨੂੰ ਬੱਚਿਆਂ ਨੂੰ ਪਤਾ ਕਿ ਬਾਬਾ ਫਰੀਦ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਵੀ 12ਵੀਂ ਸਦੀ ਦੇ ਵਿੱਚ 300 ਸਾਲ ਪਹਿਲਾਂ ਲਗਭਗ ਉਹ ਹੋਏ ਆ, ਅਤੇ ਉਹਦੇ ਕੋਲੋਂ ਉਹਨਾਂ ਨੇ ਉਹ ਸ਼ਲੋਕ ਪ੍ਰਾਪਤ ਕੀਤੇ ਸੀ ਜਿਹੜੇ ਬਾਅਦ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਆ, ਅਤੇ ਉਹਦੇ ਵਿੱਚ ਉਹਨਾਂ ਨੇ ਉਹ ਸ਼ਲੋਕ ਜਿਹੜੇ ਸੀਗੇ ਸ਼ਾਮਿਲ ਕੀਤੇ। ਇਹ 4 ਸ਼ਬਦ ਨੇ ਬਾਬਾ ਫਰੀਦ ਜੀ ਤੇ 112 ਸ਼ਲੋਕ ਨੇ। ਅਤੇ ਸਭ ਤੋਂ ਪਹਿਲਾਂ ਜਿਹੜਾ ਸਾਡੇ ਸਿਲੇਬਸ ਦੇ ਵਿੱਚ ਆ ਉਹ ਹੈਗਾ ਆ ਬਾਬਾ ਫਰੀਦ ਜੀ ਦਾ ਇੱਕ ਸ਼ਬਦ ਹੈ, ਦਿਲੋਂ ਮੁਹੱਬਤ ਜਿਨ। ਮੈਂ ਦਿਲੋਂ ਮੁਹੱਬਤ ਜਿਨ ਸੇ ਸੱਚੇ। ਬਾਬਾ ਫਰੀਦ ਜੀ ਨੇ ਜਿਹੜੀ ਬੱਚਿਓ ਜਿਹੜੀ ਪਰਮਾਤਮਾ ਨੂੰ, ਰੱਬ ਨੂੰ
ਜਿਹੜੀ ਪਾਉਣ ਦਾ ਜਿਹੜਾ ਸੀ ਨਾ, ਉਹ ਪਿਆਰ ਮੁਹੱਬਤ ਜਿਹੜਾ ਇਹਨਾਂ ਨੂੰ ਉਹਨਾਂ ਨੇ ਇਹਦੇ 'ਤੇ ਜ਼ੋਰ ਦਿੱਤਾ ਭਈ ਜਿਹੜੇ ਰੱਬ ਨੂੰ ਦਿਲੋਂ ਪਿਆਰ ਕਰਦੇ ਨੇ, ਦਿਲੋਂ ਮੁਹੱਬਤ ਦਾ ਆਪਾਂ ਜਦੋਂ ਇਹ ਸ਼ਬਦ ਸਾਰਾ ਪੜ੍ਹਾਂਗੇ ਤੇ ਇਹਦੇ ਵਿੱਚੋਂ ਆਪਾਂ ਕੁਝ ਉਹਦੇ ਜਿਹੜੇ ਸ਼ਬਦਾਂ ਦੇ ਜਿਹੜੇ ਅਰਥ ਵੀ ਨਾਲ ਲਿਖਾਂਗੇ। ਉਹ ਮੈਂ ਸ਼ਬਦ ਪਹਿਲਾਂ ਤੁਹਾਨੂੰ ਪੜ੍ਹਦਾ ਹਾਂ ਤੇ ਫਿਰ ਬਾਅਦ ਵਿੱਚ ਆਪਾਂ ਉਹਨਾਂ ਨੂੰ ਉਹਦੀ ਵਿਆਖਿਆ ਕਰਾਂਗੇ। ਸ਼ਬਦ ਹੈ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸੇ, ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਇੱਥੋਂ ਤੱਕ ਦੀਆਂ ਲਾਈਨਾਂ ਦਾ ਅਸੀਂ ਪਹਿਲਾਂ ਵਿਆਖਿਆ ਕਰਦੇ ਹਾਂ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਇਹਦੇ ਵਿੱਚੋਂ ਕੁਝ ਸ਼ਬਦਾਂ ਦੇ ਮੈਂ ਬਲੈਕ ਬੋਰਡ ਦੇ ਉੱਤੇ ਲਿਖਾਂਗਾ ਅਰਥ। ਮੁਹੱਬਤ ਜਿਵੇਂ ਤੁਹਾਨੂੰ ਬੱਚਿਆਂ ਨੂੰ ਪਤਾ ਹੀ ਆ, ਪਿਆਰ। ਇਸੇ ਤਰ੍ਹਾਂ ਹੀ ਬਾਬਾ ਫਰੀਦ ਜੀ ਅੱਗੇ ਕਹਿੰਦੇ ਨੇ ਇਸ਼ਕ, ਇਸ਼ਕ ਦਾ ਵੀ ਪਿਆਰ ਹੈ। ਇਸੇ ਤਰ੍ਹਾਂ ਅੱਗੇ ਹੈਗੇ ਨੇ ਪਰਵਦਗਾਰ, ਪਰਮਾਤਮਾ। ਇਹ ਸ਼ਬਦ ਨੇ, ਇਹਦੇ ਵਿੱਚ ਬਾਬਾ ਫਰੀਦ ਜੀ ਕੀ ਕਹਿੰਦੇ ਨੇ ਭਈ ਜਿਨ੍ਹਾਂ ਨੂੰ ਪਰਮਾਤਮਾ ਨਾਲ ਦਿਲੋਂ ਪਿਆਰ ਹੈ ਉਹੀ ਮਨੁੱਖ ਸੱਚੇ ਹਨ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਨ੍ਹਾਂ ਮਨੁੱਖਾਂ ਨੂੰ, ਜਿਨ੍ਹਾਂ ਜੀਵਾਂ ਨੂੰ, ਜਿਨ੍ਹਾਂ ਪ੍ਰਾਣੀਆਂ ਨੂੰ ਰੱਬ ਨਾਲ ਦਿਲੋਂ ਪਿਆਰ ਨਹੀਂ ਹੈਗਾ, ਉਹ ਕੱਚੇ ਆਦਮੀ ਨੇ, ਉਹ ਝੂਠੇ ਨੇ। ਤੇ ਜਿਹੜੇ ਰੱਬ ਨੂੰ ਦਿਲ ਤੋਂ ਪਿਆਰ ਕਰਦੇ ਨੇ, ਮਨ ਤੋਂ ਪਿਆਰ ਕਰਦੇ ਨੇ, ਉਹੀ ਆਦਮੀ ਮਨੁੱਖ ਸੱਚੇ ਨੇ। ਇਸ ਤੋਂ ਅੱਗੇ ਅਗਲੀਆਂ ਲਾਈਨਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜੋ ਜੀਵ, ਜੋ ਪ੍ਰਾਣੀ, ਜੋ ਮਨੁੱਖ ਪਰਮਾਤਮਾ ਦੇ ਪਿਆਰ ਵਿੱਚ, ਪਰਮਾਤਮਾ ਦੇ ਇਸ਼ਕ ਵਿੱਚ ਰੰਗੇ ਹੋਏ ਨੇ। ਜਿਹੜਾ ਸੂਫੀਵਾਦ ਦਾ ਜਿਹੜਾ ਮੁੱਖ ਵਿੱਚੋਂ ਜਿਹੜਾ ਹੈਗਾ ਨਾ ਵਿਸ਼ਾ, ਜਿਹੜਾ ਜ਼ੋਰ ਹੈ ਉਹ ਇਸ਼ਕ ਦੇ ਉੱਤੇ ਹੈ ਕਿ ਪਰਮਾਤਮਾ ਨੂੰ ਇਸ਼ਕ ਕਰਕੇ, ਪਿਆਰ ਕਰਕੇ, ਸੱਚੇ ਮਨ ਨਾਲ, ਸੱਚੇ ਦਿਲ ਨਾਲ ਪਿਆਰ ਕਰਕੇ ਪ੍ਰਾਪਤ ਕੀਤਾ ਜਾ ਸਕਦਾ। ਇਸ ਕਰਕੇ ਜੋ ਰੱਬ ਦੇ ਇਸ਼ਕ ਵਿੱਚ, ਪਿਆਰ ਵਿੱਚ ਰੰਗੇ ਹੋਏ ਆ, ਉਹ ਰੱਬ ਦੇ ਸੱਚੇ ਸੇਵਕ ਹਨ, ਰੱਬ ਦੇ ਸੱਚੇ ਭਗਤ ਹਨ। ਤੇ ਜਿਨ੍ਹਾਂ ਨੇ ਭਈ ਆਪਣੇ ਉਸ ਪਰਮਾਤਮਾ ਨੂੰ, ਰੱਬ ਨੂੰ ਵਿਸਾਰਿਆ ਹੋਇਆ ਆ, ਉਹ ਜਿਹੜੇ ਆ ਉਹ ਇਸ ਧਰਤੀ ਦੇ ਉੱਤੇ ਉਹ ਭਾਰ ਨੇ। ਜਿਹੜੇ ਮਨੁੱਖ ਰੱਬ ਨੂੰ ਵਿਸਾਰ ਕੇ ਜੀਵਨ ਜਿਉਂਦੇ ਨੇ, ਰੱਬ ਨੂੰ ਚੇਤੇ ਨਹੀਂ ਰੱਖਦੇ, ਉਹਨੂੰ ਪਿਆਰ ਨਹੀਂ ਕਰਦੇ, ਉਹ ਇਸ ਧਰਤੀ 'ਤੇ ਭਾਰ ਨੇ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਜਿਨ੍ਹਾਂ ਨੂੰ ਪਰਮਾਤਮਾ ਭਈ ਆਪ ਆਪਣੇ ਰੰਗ ਵਿੱਚ ਰੰਗ ਲੈਂਦਾ ਆ, ਆਪਣੇ ਪਿਆਰ ਵਿੱਚ ਰੰਗ ਲੈਂਦਾ ਆ, ਉਹਨਾਂ ਦਾ ਆਉਣਾ ਹੀ ਧਰਤੀ ਦੇ ਉੱਤੇ ਸਫਲ ਹੈ। ਉਹੀ ਉਸ ਪਰਮਾਤਮਾ ਦੇ ਦਰ ਦੇ ਅਸਲੀ ਸੱਚੇ ਦਰਵੇਸ਼ ਹਨ, ਭਗਤ ਹਨ। ਤੇ ਉਹ ਮਨੁੱਖ ਜਿਹੜੇ ਨੇ, ਉਹਨਾਂ ਦੀ ਮਾਂ, ਉਹਨਾਂ ਨੂੰ ਜਨਮ ਦੇਣ ਵਾਲੀ, ਉਹਨਾਂ ਦੀ ਮਾਂ ਧਨ ਹੈ। ਜਿਨ੍ਹਾਂ ਨੇ ਉਹਨਾਂ ਦੀ ਮਾਂ ਧਨ ਹੈ ਤੇ ਉਹਨਾਂ ਦਾ ਇਸ ਧਰਤੀ ਦੇ ਉੱਤੇ ਆਉਣਾ, ਜੀਵਨ ਜਿਉਣਾ ਸਫਲ ਹੈ। ਇਹਦੋਂ ਅੱਗੇ ਬਾਬਾ ਫਰੀਦ ਜੀ ਕਹਿੰਦੇ ਨੇ ਪਰਵਤਗਾਰ ਅਪਾਰ ਏ ਗਮ ਬੇਅੰਤ ਤੂੰ, ਜਿਨ ਪਛਾਤਾ ਸੱਚ ਚੁੰਮਾ ਪੈਰ ਮੂੰਹ। ਉਹ ਪਰਮਾਤਮਾ ਅਪਾਰ ਬੇਅੰਤ ਸ਼ਕਤੀਆਂ ਦਾ ਮਾਲਕ ਹੈ। ਉਹ ਜਿਨ੍ਹਾਂ ਨੇ ਇਹ ਸੱਚ ਨੂੰ ਜਾਣ ਲਿਆ, ਇਸ ਗੱਲ ਨੂੰ ਸਮਝ ਲਿਆ ਆ, ਉਹਨਾਂ ਜੀਵਾਂ ਦੇ, ਉਹਨਾਂ ਪ੍ਰਾਣੀਆਂ ਦੇ ਮੈਂ ਪੈਰ ਚੁੰਮਦਾ ਆ, ਉਹਨਾਂ ਦੇ ਮੈਂ ਪੈਰੀਂ ਸਦਕੇ ਜਾਂਦਾ ਆ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੇ ਬੰਦਗੀ। ਇਹ ਜਿਹੜੇ ਤੇਰੀ ਪਨਾਹ ਦੇ ਵਿੱਚ, ਪਨਾਹ ਦਾ ਮਤਲਬ ਹੁੰਦਾ ਬੱਚਿਓ ਪਨਾਹ, ਪਨਾਹ ਦਾ ਮਤਲਬ ਹੁੰਦਾ ਆਸਰਾ, ਓਟ ਵੀ ਜਿਹਨੂੰ ਕਹਿ ਦਿੰਦੇ ਆਪਾਂ। ਜਿਹੜੇ ਪਰਮਾਤਮਾ ਦੀ ਓਟ ਆਸਰਾ ਲੈਂਦੇ ਨੇ, ਉਹਨਾਂ ਨੂੰ ਪਰਮਾਤਮਾ ਬਖਸ਼ ਦਿੰਦਾ ਆ। ਤੇ ਬਾਬਾ ਫਰੀਦ ਜੀ ਪਰਮਾਤਮਾ ਦੇ ਕੋਲੋਂ ਕੇਵਲ ਤੇ ਕੇਵਲ ਬੰਦਗੀ ਦੀ ਖੈਰ ਮੰਗਦੇ ਨੇ, ਉਹਦੇ ਨਾਂ ਦੀ ਖੈਰ ਮੰਗਦੇ ਨੇ।
ਉਹ ਕੋਈ ਦੁਨਿਆਵੀ ਪਰਮਾਤਮਾ ਦੇ ਨਾਮ ਨੂੰ ਛੱਡ ਕੇ, ਜਿੱਦਾਂ ਸਾਡੇ ਮਨੁੱਖਾਂ ਦੀ ਆਮ ਤੌਰ 'ਤੇ ਆਦਤ ਹੈ ਕਿ ਅਸੀਂ ਜਦੋਂ ਪਰਮਾਤਮਾ ਨੂੰ ਪਿਆਰ ਕਰਦੇ ਹਾਂ, ਅਤੇ ਉਹਦੇ ਵਿੱਚ ਵੀ ਸਾਡਾ ਕਿਤੇ ਨਾ ਕਿਤੇ ਨਾ ਕੋਈ ਸਵਾਰਥ ਹੁੰਦਾ ਆ। ਸਾਡੇ ਮਨ 'ਚ ਕੋਈ ਲਾਲਚ ਹੁੰਦਾ ਹੈ ਵੀ ਅਸੀਂ ਰੱਬ ਦੀ ਪਨਾਹ ਦੇ ਵਿੱਚ ਜਾਵਾਂਗੇ, ਇਹਨਾਂ ਦੀ ਪਾਠ ਪੂਜਾ ਕਰਾਂਗੇ, ਅਤੇ ਪਰਮਾਤਮਾ ਸਾਨੂੰ ਕਿਸ ਤਰ੍ਹਾਂ ਦੀ ਕੋਈ ਜਿਹੜੀ ਆ ਉਹ ਬਖਸ਼ਿਸ਼ ਕਰੇਗਾ। ਲੇਕਿਨ ਬਾਬਾ ਫਰੀਦ ਜੀ ਕੀ ਮੰਗ ਰਹੇ ਆ? ਬਾਬਾ ਫਰੀਦ ਜੀ ਮੰਗ ਰਹੇ ਬੱਚਿਓ ਰੱਬ ਕੋਲੋਂ ਉਹਦੀ ਬੰਦਗੀ, ਉਹਦੇ ਨਾਮ ਦਾ ਖੈਰ ਮੰਗ ਰਹੇ ਆ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹਦੇ ਨਾਲ ਬਿਲਕੁਲ ਮਿਲਦਾ ਇੱਕ ਬੱਚਿਓ ਗੁਰੂ ਸਾਹਿਬ ਦੀ ਵੀ ਸ਼ਲੋਕ ਹੈ, ਗੁਰੂ ਸਾਹਿਬ ਦੀ ਬਾਣੀ ਹੈ ਭਈ ਵਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਇਹ ਸ਼ਬਦ ਵੀ ਬਿਲਕੁਲ ਬਾਬੇ ਫਰੀਦ ਜੀ ਦੇ ਸ਼ਬਦ ਵਾਂਗ ਹੀ ਗੁਰੂ ਸਾਹਿਬ ਕਹਿ ਰਹੇ ਆ ਕਿ ਜੇ ਰੱਬ ਦੇ ਘਰੋਂ ਅਸੀਂ ਇੱਕ ਉਹਦੇ ਨਾਮ ਤੋਂ ਬਿਨਾਂ ਹੋਰ ਕੋਈ ਚੀਜ਼, ਜਿਹੜੀਆਂ ਦੁਨਿਆਵੀ ਧਨ ਪਦਾਰਥ ਨੇ, ਪੈਸਾ ਧੇਲਾ, ਜੋ ਵੀ ਇਸ ਦੁਨੀਆ ਦੇ ਵਿੱਚ ਐਸ਼ ਆਰਾਮ ਦੀਆਂ ਚੀਜ਼ਾਂ ਨੇ, ਜ਼ਿੰਦਗੀ 'ਚ ਸੁੱਖ ਸਹੂਲਤਾਂ ਵਾਲੀਆਂ ਚੀਜ਼ਾਂ ਨੇ, ਜੇ ਆਪਾਂ ਰੱਬ ਦੇ ਨਾਮ ਨੂੰ ਛੱਡ ਕੇ ਉਹਨਾਂ ਨੂੰ ਮੰਗਦੇ ਹਾਂ ਨਾ, ਤੇ ਸਮਝ ਲਓ ਵੀ ਅਸੀਂ ਦੁੱਖ ਮੰਗ ਰਹੇ ਹਾਂ। ਇਹ ਦੁਨਿਆਵੀ ਚੀਜ਼ਾਂ ਦੀ ਭੋਗ ਦੇ ਵਿੱਚ ਸੁੱਖ ਨਹੀਂ ਹੈ, ਉਲਟਾ ਦੁੱਖ ਹੈ। ਤੇ ਕੇਵਲ ਪਰਮਾਤਮਾ ਦਾ ਨਾਮ ਹੀ ਜਿਹੜਾ ਹੈ ਉਹ ਰੱਬ ਨੂੰ ਸੁੱਖ, ਬੰਦੇ ਨੂੰ ਸੁੱਖ ਦਿੰਦਾ ਆ। ਇਸ ਕਰਕੇ ਸਾਡੇ ਮਨੁੱਖਾਂ ਦਾ ਸੁਭਾਅ ਬਿਲਕੁਲ ਇਹਨੂੰ ਉਲਟ ਹੈ। ਅਸੀਂ ਰੱਬ ਕੋਲੋਂ ਦੁਨਿਆਵੀ ਚੀਜ਼ਾਂ, ਧਨ ਪਦਾਰਥ ਮੰਗਦੇ ਹਾਂ, ਜਿਹੜੇ ਕਿ ਬਾਬਾ ਫਰੀਦ ਜੀ ਕਹਿੰਦੇ ਵੀ ਝੂਠੇ ਆ। ਜਿਹੜੀ ਇਹ ਸੰਸਾਰ, ਜੋ ਦਿਸਦਾ ਸੰਸਾਰ ਹੈ, ਇਹ ਝੂਠ ਹੈ। ਡਾਕਟਰ ਹਰਭਜਨ ਸਿੰਘ ਸਾਡੀ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਹੋਏ ਆ, ਬਹੁਤ ਵੱਡੇ ਵਿਦਵਾਨ ਹੋਏ ਆ। ਉਹਨਾਂ ਨੇ ਕਿਹਾ ਹੋਇਆ ਕਿ ਬਾਬਾ ਫਰੀਦ ਜੀ ਜਿਹੜੇ ਆ ਉਹ ਇੱਕ ਥਾਂ ਦੇ ਉੱਤੇ ਖਲੋਤੇ ਹੋਏ ਦੋਨਾਂ ਸੰਸਾਰਾਂ ਨੂੰ ਦੇਖ ਰਹੇ ਆ। ਉਹ ਆਹ ਦਿਸਦਾ ਸੰਸਾਰ ਵੀ ਦੇਖ ਰਹੇ ਆ, ਤੇ ਇਹਨੂੰ ਬਾਅਦ ਵਿੱਚ ਜਦੋਂ ਮਰਨ ਤੋਂ ਬਾਅਦ ਦਾ ਜਿਹੜਾ ਅਗਲਾ, ਜਿਹਨੂੰ ਆਪਾਂ ਲੋਕ ਤੇ ਪਰਲੋਕ ਕਹਿ ਦਿੰਦੇ ਆ, ਉਹ ਵੀ ਦੇਖ ਰਹੇ ਆ। ਬਾਬਾ ਫਰੀਦ ਜੀ ਦੇਖ ਕੀ ਰਹੇ ਆ ਕਿ ਲੋਕ ਜਿਹੜੇ ਆ ਜੋ ਦਿਸਦਾ ਝੂਠਾ ਸੰਸਾਰ ਹੈ, ਇਹਦੀ ਮੁਹੱਬਤ ਵਿੱਚ, ਪਿਆਰ ਵਿੱਚ, ਇਹਦੇ ਧਨ ਪਦਾਰਥਾਂ ਦੇ ਲਾਲਚਾਂ 'ਚ, ਲੋਭ 'ਚ ਪਏ ਹੋਏ ਆ, ਤੇ ਇਹਦੇ ਲੋਭ ਦੇ ਵਿੱਚ ਆ ਕੇ ਉਹ ਬੜੇ ਰੱਬ ਦੇ ਨਾਮ ਨੂੰ ਪਹਿਲਾਂ ਤਾਂ ਉਹਨਾਂ ਬਿਲਕੁਲ ਵਿਸਾਰਿਆ ਹੋਇਆ ਆ, ਤੇ ਦੂਸਰਾ ਉਹ ਕਿਸੇ ਵੇਲੇ ਇਹਨਾਂ ਧਨ ਪਦਾਰਥਾਂ ਦੇ ਲਾਲਚ ਵਿੱਚ ਬਹੁਤ ਸਾਰੇ ਪਾਪ ਵੀ ਕਰੀ ਜਾ ਰਹੇ ਆ। ਪਾਪ ਕਰ ਕਰਕੇ, ਜਿੱਦਾਂ ਬਾਅਦ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆ ਸਾਥ ਨਾ ਜਾਈ। ਬਾਬਾ ਨਾਨਕ ਜੀ ਨੇ ਵੀ ਇਸ ਗੱਲ ਦੇ ਉੱਤੇ ਮਨੁੱਖਾਂ ਨੂੰ ਕਿਹਾ ਸੀਗਾ ਵੀ ਤੁਸੀਂ ਜਿਹੜੀ ਪਾਪ ਕਰਕੇ ਮਾਇਆ ਇਕੱਠੀ ਕਰੀ ਜਾ ਰਹੇ ਹੋ, ਮਰਨ ਵੇਲੇ ਤੇ ਨਾਲ ਜਾਣੀ ਨਹੀਂ। ਮਰਨ ਵੇਲੇ ਜਾਣਾ ਰੱਬ ਦਾ ਨਾਂ ਜੋ ਤੁਸੀਂ ਜ਼ਿੰਦਗੀ ਜਿਉਂਦੇ ਜੀ ਜਿਹੜਾ ਲਿਆ ਹੈ ਉਹ ਤੁਹਾਡੇ ਨਾਲ ਜਾਏਗਾ। ਇਸ ਕਰਕੇ ਜੇ ਇਹ ਪਾਪ ਕਰਕੇ ਤੁਸੀਂ ਮਾਇਆ ਇਕੱਠੀ ਕੀਤੀ ਆ, ਮਾਇਆ ਨਹੀਂ ਨਾਲ ਜਾਣੀ, ਜਿਹੜੇ ਤੁਸੀਂ ਪਾਪ ਕੀਤੇ ਉਹ ਚੱਲ ਜਾਣੇ। ਇਸੇ ਤਰ੍ਹਾਂ ਬਾਬਾ ਫਰੀਦ ਜੀ ਨੇ ਵੀ ਬੱਚਿਓ ਜਿਹੜਾ ਇਹ ਸੰਸਾਰ ਦੇ ਦਿਸਦੇ ਸੰਸਾਰ ਦੇ ਵਿੱਚ ਜਿਹੜਾ ਆਪਣਾ ਲਿਆ ਹੈ, ਜਿਹੜਾ ਜ਼ੋਰ ਦਿੱਤਾ ਹੈ ਵੀ ਇਸੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਦਰਵੇਸ਼ਤਾ ਨੂੰ ਹਾਸਲ ਕੀਤਾ ਜਾਵੇ। ਜਿਹੜਾ ਬਾਬਾ ਜੀ ਕਹਿ ਰਹੇ ਆ ਭਈ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਜਿਨ੍ਹਾਂ ਨੂੰ ਰੱਬ ਨੇ ਆਪਣੇ ਲੜ ਲਾ ਲਿਆ ਹੋਇਆ, ਆਪਣੇ ਪਿਆਰ ਵਿੱਚ ਰੰਗ ਲਿਆ ਹੋਇਆ, ਉਹ ਵੀ ਉਹਦੇ ਦਰ ਦੇ ਦਰਵੇਸ਼ ਨੇ। ਤੇ ਤਿੰਨ ਧਨ ਜਿਣਨ ਦੀ ਮਾਓ ਆਏ ਸਫਲ ਸੇ, ਉਹ ਮਨੁੱਖ ਧਨ ਹਨ ਜਿਹੜੇ ਜਿਨ੍ਹਾਂ ਨੇ ਰੱਬੀ ਪਿਆਰ ਨੂੰ ਆਪਣਾ ਬਣਾਇਆ ਹੋਇਆ, ਆਪਣਾ ਪਿਆਰ ਬਣਾਇਆ ਹੋਇਆ। ਇਸੇ ਤਰ੍ਹਾਂ ਬੱਚਿਓ ਇਹ ਪਹਿਲਾ ਸ਼ਬਦ ਸੀਗਾ ਸਾਡੇ ਬਾਬਾ ਫਰੀਦ ਜੀ ਦਾ, ਸਾਡੀ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਦੇ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਸੂਫੀ ਕਾਵਿ ਦੇ ਵਿੱਚ ਜਿਹੜਾ ਬਾਬਾ ਫਰੀਦ ਜੀ ਦਾ ਇਹ ਸ਼ਬਦ ਸੀ। ਇਸ ਤੋਂ ਅੱਗੇ ਬਾਬਾ ਫਰੀਦ ਜੀ ਦੇ ਸ਼ਲੋਕ ਜਿਹੜੇ ਆ ਉਹ ਸ਼ੁਰੂ ਹੁੰਦੇ ਆ, ਜਿਹੜੇ ਅਸੀਂ ਸਾਰੇ ਜਾਣਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 112 ਸ਼ਲੋਕ ਨੇ। ਬਾਬਾ ਫਰੀਦ ਜੀ ਨੇ ਹਰ ਸ਼ਲੋਕ ਦੇ ਵਿੱਚ ਇੱਕ ਵਿਸ਼ਾ ਮੁੱਖ ਤੌਰ ਦੇ ਉੱਤੇ, ਰੱਬੀ ਪਿਆਰ ਦਾ ਵਿਸ਼ਾ, ਇਸ ਸੰਸਾਰ ਦੀ ਨਾਸ਼ਮਾਨਤਾ ਦਾ ਵਿਸ਼ਾ, ਬਹੁਤੇ ਸ਼ਲੋਕਾਂ ਦੇ ਵਿੱਚ ਉਸ ਨਿਮਰਤਾ ਦਾ ਵਿਸ਼ਾ ਹੈ, ਨਿਮਰਤਾ ਨੂੰ ਧਾਰਨ ਕਰਦਾ। ਹੁਣੇ ਅਸੀਂ ਸ਼ਲੋਕ ਪੜ੍ਹਾਂਗੇ ਬਾਬਾ ਫਰੀਦ ਜੀ ਦਾ, ਜਿਹਦੇ ਵਿੱਚ ਉਹ ਮਨੁੱਖ ਦੇ ਨੂੰ ਨਿਮਰਤਾ ਧਾਰਨ ਕਰਨ ਦਾ ਜਿਹੜਾ ਉਹਨੂੰ ਅਪੀਲ ਕਰਦੇ ਆ। ਇਸੇ ਤਰ੍ਹਾਂ ਆਪਣੇ ਇਹ ਜਿਹੜਾ ਸੰਸਾਰ ਹੈ ਇਹਨੂੰ ਛੱਡ ਕੇ, ਇਹਦੀ ਜਿਹੜੇ ਦੁਨਿਆਵੀ ਜਿਹੜੀਆਂ ਚੀਜ਼ਾਂ ਵਸਤਾਂ ਦੇ ਲੋਭ ਪਿਆਰ ਨੂੰ ਛੱਡ ਕੇ ਜਿਹੜਾ ਜ਼ਿੰਦਗੀ ਦਾ ਜੀਵਨ ਬੜਾ ਛੋਟਾ ਹੈ। ਇੱਕ ਥਾਂ ਦੇ ਉੱਤੇ ਆਪਣੇ ਇੱਕ ਸ਼ਲੋਕ ਦੇ ਵਿੱਚ ਸਾਡੇ ਮਨੁੱਖ ਦੇ ਜੀਵਨ ਨੂੰ ਦਰਿਆ ਦੇ ਕੰਢੇ 'ਤੇ
ਜਿਹੜਾ ਖੇਡਣ ਰਿਹਾ, ਖੇਲਾਂ ਕਰ ਰਿਹਾ ਬੰਗਲਾ, ਉਹਦੇ ਨਾਲ ਉਹਦੀ ਤੁਲਨਾ ਕਰ ਦਿੰਦੇ ਆ। ਭਈ ਫਰੀਦਾ ਦਰਿਆਵੇ ਕੰਨੀ ਮੰਗਲਾ ਬੈਠਾ ਖੇਲ ਕਰੇ, ਖੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗੱਲ ਹੀ ਰੱਬ ਕਿਹਾ। ਮਨੁੱਖ ਦੇ ਜੀਵਨ ਨੂੰ ਵੀ ਬਾਬਾ ਫਰੀਦ ਜੀ ਇਸ ਤਰ੍ਹਾਂ ਤੁਲਨਾ ਦਿੰਦੇ ਨੇ ਵੀ ਮਨੁੱਖ ਜਿਹੜਾ ਵਾ ਮੌਤ ਤੋਂ ਬਿਲਕੁਲ ਬੇਖਬਰ, ਮੌਤ ਇੱਕ ਸਾਡੇ ਜ਼ਿੰਦਗੀ ਦੀ ਸੱਚਾਈ ਹੈ। ਇੱਕ ਨਾ ਇੱਕ ਦਿਨ ਜਿਹੜਾ ਇਸ ਧਰਤੀ 'ਤੇ ਆਇਆ ਉਹਨੇ ਇਸ ਧਰਤੀ ਤੋਂ ਜਾਣਾ ਹੈ, ਲੇਕਿਨ ਅਸੀਂ ਮਨੁੱਖ ਜੀਂਦੇ ਜੀ ਬਿਲਕੁਲ ਇਸ ਨੂੰ ਆਪਣੇ ਮਨ ਤੋਂ ਵਿਸਾਰ ਕੇ ਇਸ ਤਰ੍ਹਾਂ ਜੀਵਨ ਜਿਉਂਦੇ ਆ ਜਿਵੇਂ ਅਸੀਂ ਕਦੇ ਇਸ ਧਰਤੀ ਤੋਂ ਜਾਣਾ ਹੀ ਨਹੀਂ ਹੁੰਦਾ। ਅਤੇ ਬਾਬਾ ਫਰੀਦ ਜੀ ਬਾਰ-ਬਾਰ ਆਪਣੇ ਸ਼ਲੋਕਾਂ ਦੇ ਵਿੱਚ ਸਾਨੂੰ ਮੌਤ ਦਾ ਜਿਹੜਾ ਸਾਡਾ ਅੰਤ ਹੈ, ਜਿਹੜੀ ਸੱਚਾਈ ਉਹਦਾ ਚੇਤਾ ਕਰਵਾ ਕੇ ਅਤੇ ਇਹ ਜੀਵਨ ਜਿਹੜਾ ਹੈ ਰੱਬੀ ਪਿਆਰ ਵਿੱਚ ਲਾਉਣ ਦੀ ਜਿਹੜੀ ਆ ਉਹ ਤਾਕੀਦ ਕਰਦੇ ਆ। ਇਸੇ ਤਰ੍ਹਾਂ ਹੁਣ ਬੱਚਿਓ ਆਪਾਂ ਸ਼ਲੋਕ ਜਿਹੜੇ ਹੈ ਬਾਬਾ ਫਰੀਦ ਜੀ ਦੇ ਉਹਦੀ ਸ਼ੁਰੂਆਤ ਕਰਦੇ ਹਾਂ। ਬਾਬਾ ਫਰੀਦ ਜੀ ਦਾ ਸ਼ਲੋਕ ਹੈ ਪਹਿਲਾ, ਇਸ ਸ਼ਬਦ ਤੋਂ ਬਾਅਦ ਸਾਡੇ ਸਿਲੇਬਸ ਦੇ ਵਿੱਚ, ਫਰੀਦਾ ਥਿਓ ਪਵਾਹੀ ਦੱਬ ਜੇ ਸਾਈਂ ਲੋੜੇ ਸਭ, ਇੱਕ ਛਿੱਜੇ ਬਿਆ ਲਤਾੜੀਏ ਤਾਂ ਸਾਈਂ ਦੇ ਦਰਬਾੜੀ। ਇਹਦੇ ਵਿੱਚ ਵੇਖੋ ਬੱਚਿਓ ਬਾਬਾ ਫਰੀਦ ਜੀ ਇੰਨੀ ਨਿਮਰਤਾ ਜਿਹੜੀ ਇਹ ਇਸ ਸ਼ਲੋਕ ਦੇ ਵਿੱਚ ਬਾਬਾ ਫਰੀਦ ਜੀ ਨੇ ਕੀ ਵਿਸ਼ਾ ਲਿਆ ਹੈ ਨਿਮਰਤਾ। ਫਰੀਦਾ ਥਿਓ ਪਵਾਹੀ ਦੱਬ, ਪਵਾਹੀ ਦਾ ਮਤਲਬ ਹੈ ਰਸਤਾ, ਦੱਬ ਦਾ ਮਤਲਬ ਹੈ ਬੇਟੇ ਘਾਹ ਦੀ ਜਿਹੜੀ ਬੱਚੀ ਉਹ ਥੋੜ੍ਹੀ ਜਿਹੀ ਛੋਟਾ ਜਿਹਾ ਇੱਕ ਜਿੱਦਾਂ ਟੁੱਟ ਕੇ ਜਿਹੜਾ ਧਰਤੀ 'ਤੇ ਡਿੱਗਾ ਹੋਇਆ ਹੁੰਦਾ, ਜਿਹੜਾ ਪੈਰਾਂ 'ਚ ਰੁਲਦਾ ਫਿਰਦਾ, ਉਹਨੂੰ ਆਪਾਂ ਦੱਬ, ਉਹਦਾ ਉਹਨੇ ਬਾਬਾ ਫਰੀਦ ਜੀ ਨੇ ਪ੍ਰਤੀਕ ਲਿਆ ਹੋਇਆ। ਫਰੀਦਾ ਥਿਓ ਪਵਾਹੀ ਦੱਬ ਜੇ ਸਾਈਂ ਲੋੜੇ ਸਭ, ਇੱਕ ਛਿੱਜੇ ਬਿਆ ਲਤਾੜੀਏ ਤਾਂ ਸਾਈਂ ਦੇ ਦਰ ਵਾੜੀ। ਬਾਬਾ ਫਰੀਦ ਜੀ ਇੰਨੀ ਨਿਮਰਤਾ ਧਾਰਨ ਕਰਨ ਲਈ ਮਨੁੱਖ ਨੂੰ ਕਹਿੰਦੇ ਆ ਭਈ ਮਨੁੱਖ ਕਿਵੇਂ ਦਾ ਹੋਣਾ ਚਾਹੀਦਾ, ਮਨੁੱਖ ਦੇ ਮਨ ਵਿੱਚ ਕਿੰਨੀ ਨਿਮਰਤਾ ਹੋਣੀ ਚਾਹੀਦੀ ਆ। ਜਿਵੇਂ ਇੱਕ ਰਸਤੇ ਦੇ ਵਿੱਚ ਟੁੱਟਿਆ ਪਿਆ ਘਾਹ ਦਾ ਦੱਬ ਦਾ ਟੁਕੜਾ ਹੁੰਦਾ ਆ, ਲੋਕ ਉਹਨੂੰ ਲਤਾੜ ਕੇ ਲੰਘੀ ਜਾਂਦੇ ਆ, ਲੇਕਿਨ ਉਹ ਕਦੀ ਵੀ ਆਪਣੇ ਉੱਤੇ ਲਤਾੜੇ ਜਾਣ ਲਈ ਕਿਸੇ ਤਰ੍ਹਾਂ ਦੇ ਵੀ ਉਹ ਕੋਈ ਗੁੱਸਾ ਨਹੀਂ ਕਰਦਾ, ਕਿਸੇ ਤਰ੍ਹਾਂ ਦਾ ਵੀ ਉਹ ਆਕੜ ਨਹੀਂ ਕਰਦਾ, ਉਹ ਨਿਮਰਤਾ ਸਹਿਤ ਆਪਣੇ ਥਾਂ ਦੇ ਉੱਤੇ ਪਿਆ ਰਹਿੰਦਾ। ਲੋਕ ਆਉਂਦੇ ਨੇ ਉਹਦੇ ਉੱਤੋਂ ਦੀ ਲੰਘੀ ਜਾਂਦੇ ਨੇ। ਅਤੇ ਬਾਬਾ ਫਰੀਦ ਜੀ ਕਹਿੰਦੇ ਵੀ ਸਾਡੇ ਮਨੁੱਖ ਦੇ ਮਨ ਵਿੱਚ ਵੀ ਇੰਨੀ ਨਿਮਰਤਾ ਹੋਣੀ ਚਾਹੀਦੀ ਆ ਵੀ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਆ ਉਹਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਕਿਸੇ ਪ੍ਰਤੀ ਵੈਰ, ਕਿਸੇ ਪ੍ਰਤੀ ਆਕੜ ਜਾਂ ਗੁੱਸਾ ਉਹਦੇ ਮਨ 'ਚ ਨਹੀਂ ਆਉਣਾ ਚਾਹੀਦਾ। ਜੇ ਮਨੁੱਖ ਨੇ ਰੱਬ ਨੂੰ ਮਿਲਣਾ ਹੈ ਤਾਂ ਉਹਦੇ ਵਿੱਚ ਕਿੰਨੀ ਨਿਮਰਤਾ ਹੋਣੀ ਚਾਹੀਦੀ ਆ, ਰਸਤੇ 'ਚ ਪਏ ਕੱਖ ਵਰਗੀ। ਜੇ ਜਿੱਦਾਂ ਇੱਕ ਰਸਤੇ 'ਚ ਪਿਆ ਕੱਖ ਆ, ਜਿਉਂ ਉਹਨੂੰ ਲੋਕ ਲਤਾੜਦੇ ਨੇ, ਬਾਬਾ ਫਰੀਦ ਜੀ ਕਹਿੰਦੇ ਵੀ ਜਿੰਨੀ ਰਸਤੇ 'ਚ ਪਏ ਕੱਖ ਵਰਗੀ ਤੇਰੇ ਵਿੱਚ ਨਿਮਰਤਾ ਹੋਏਗੀ, ਤਾਂ ਹੀ ਤੈਨੂੰ ਮਰਨ ਤੋਂ ਬਾਅਦ ਪਰਮਾਤਮਾ ਦੇ ਘਰ, ਰੱਬ ਦੇ ਘਰ ਵਿੱਚ ਜਿਹੜਾ ਪ੍ਰਵਾਨ ਕੀਤਾ ਜਾਏਗਾ। ਰੱਬ ਦੇ ਘਰ ਵਿੱਚ ਨਿਮਰ ਮਨੁੱਖ ਜਿਹੜੇ ਆ ਉਹ ਜਿਹੜੇ ਨਿਮਰਤਾ ਦੇ ਨਾਲ ਆਪਣਾ ਜੀਵਨ ਜਿਉਂਦੇ ਨੇ ਉਹ ਰੱਬ ਦੇ ਘਰ 'ਚ ਪ੍ਰਵਾਨ ਹੁੰਦੇ ਨੇ। ਇਸੇ ਤਰ੍ਹਾਂ ਹੀ ਇਹਨੂੰ ਅੱਗੇ ਬੱਚੇ ਦੂਸਰਾ ਜਿਹੜਾ ਸ਼ਲੋਕ ਹੈ ਸਾਡੇ ਸਿਲੇਬਸ ਦੇ ਵਿੱਚ ਬਾਬਾ ਫਰੀਦ ਜੀ ਦਾ, ਫਰੀਦਾ ਖਾਕ ਨਾ ਨਿੰਦੀ, ਮਿੱਟੀ ਦੀ ਪਵਿੱਤਰਤਾ। ਬੱਚਿਓ ਮਿੱਟੀ ਬੜੀ ਪਵਿੱਤਰ ਚੀਜ਼ ਹੈ। ਆਮ ਤੌਰ 'ਤੇ ਅਸੀਂ ਅੱਜ ਜਦੋਂ ਕਦੇ ਸਾਡੇ ਸਰੀਰ ਨੂੰ, ਕੱਪੜਿਆਂ ਨੂੰ ਥੋੜ੍ਹੀ ਬਹੁਤੀ ਜਦੋਂ ਮਿੱਟੀ ਛੂੰਹਦੀ ਹੈ ਤਾਂ ਅਸੀਂ ਬੜਾ ਇਸ ਗੱਲ ਦਾ ਬੁਰਾ ਮਨਾਉਂਦੇ ਹਾਂ। ਮਨੁੱਖ ਜਿਹੜਾ ਆ ਉਹ ਮਿੱਟੀ ਤੋਂ ਬੜਾ ਬਚਦਾ ਆ। ਅਤੇ ਪਰ ਬਾਬਾ ਫਰੀਦ ਜੀ ਕਹਿੰਦੇ ਆ ਵੀ ਜਿਹੜੀ ਇਸ ਧਰਤੀ ਦੇ ਉੱਤੇ, ਇਸ ਦੁਨੀਆ ਵਿੱਚ, ਇਸ ਸੰਸਾਰ ਵਿੱਚ ਜਿਹੜੀ ਸਭ ਤੋਂ ਜਿਹੜੀ ਚੀਜ਼ ਹੈ ਨਾ, ਜਿਹੜੀ ਪਵਿੱਤਰ ਚੀਜ਼ ਹੈ, ਸਭ ਤੋਂ ਵੱਡੀ ਚੀਜ਼ ਹੈ, ਉਹ ਮਿੱਟੀ ਹੈ। ਖਾਕ ਦਾ ਮਤਲਬ ਮਿੱਟੀ। ਇਸ ਕਰਕੇ ਇਹਨੂੰ ਕਦੀ ਵੀ ਮਾੜਾ ਨਹੀਂ ਕਹਿਣਾ ਚਾਹੀਦਾ। ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇਡ ਨਾ ਕੋਏ, ਜੀਵਨ ਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਇਹਦੇ ਵਿੱਚ ਫਿਰ ਹੁਣ ਬਾਬਾ ਫਰੀਦ ਜੀ ਨੇ ਜਿੱਦਾਂ ਪਹਿਲਾ ਜਿਹੜਾ ਆਪਾਂ ਸ਼ਲੋਕ ਪੜ੍ਹਿਆ ਫਰੀਦਾ ਥਿਓ ਪਵਾਹੀ ਦੱਬ ਵਾਲਾ, ਉਹਦੇ ਵਿੱਚ ਬਾਬਾ ਫਰੀਦ ਜੀ ਨੇ ਕਿਹੜਾ ਵਿਸ਼ਾ ਲਿਆ ਸੀਗਾ? ਨਿਮਰਤਾ ਦਾ।
ਨਿਮਰਤਾ ਦਾ ਵਿਸ਼ਾ ਲਿਆ ਸੀ ਤੇ ਇਸ ਸ਼ਲੋਕ ਦੇ ਵਿੱਚ ਫਰੀਦਾ ਖਾਕ ਨਾ ਨਿੰਦੀ ਹੈ ਖਾਕੂ ਜੇਠ ਨਾ ਕੋਏ, ਜੀਵਨ ਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਇਹਦੇ ਵਿੱਚ ਬਾਬਾ ਫਰੀਦ ਜੀ ਨੇ ਕਿਹੜਾ ਵਿਸ਼ਾ ਲਿਆ ਹੈ? ਨਾਸ਼ਮਾਨਤਾ। ਮਨੁੱਖ ਦਾ ਜੀਵਨ ਜਿਹੜਾ ਹੈ ਨਾਸ਼ਮਾਨ ਹੈ ਤੇ ਇਸ ਕਰਕੇ ਇਸ ਧਰਤੀ ਦੇ ਉੱਤੇ ਜਿਹੜਾ ਅਸੀਂ ਆ ਕੇ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਮਿੱਟੀ ਦੀ ਨਿੰਦਿਆ ਨਹੀਂ ਕਰਨੀ, ਇਹਨੂੰ ਮਾੜਾ ਨਹੀਂ ਕਹਿਣਾ, ਕਿਉਂਕਿ ਮਨੁੱਖ ਦਾ ਸਰੀਰ ਨਾਸ਼ਮਾਨ ਹੈ। ਜਿਹੜੀ ਮਿੱਟੀ ਜਿਹੜੀ ਆ ਜੀਂਦੇ ਅਸੀਂ ਪੈਰਾਂ ਦੇ ਥੱਲੇ ਲਿਤੜਦੇ ਹਾਂ, ਪੈਰਾਂ ਥੱਲੇ ਦੇ ਉੱਪਰ ਤੁਰਦੇ ਹਾਂ, ਲੇਕਿਨ ਜਦੋਂ ਮਨੁੱਖ ਦਾ ਜੀਵਨ ਖਤਮ ਹੁੰਦਾ ਹੈ ਤੇ ਉਹ ਮਿੱਟੀ ਵਿੱਚ ਮਰਨ ਤੋਂ ਬਾਅਦ ਮਿੱਟੀ ਵਿੱਚ ਮਿਲ ਜਾਂਦਾ ਹੈ। ਤੇ ਇਸ ਕਰਕੇ ਇਸ ਮਿੱਟੀ ਨੇ ਅਸੀਂ ਮਰਨ ਤੋਂ ਬਾਅਦ ਜਿਸ ਮਿੱਟੀ ਵਿੱਚ ਮਿਲਣਾ ਹੈ, ਇਸ ਕਰਕੇ ਫਿਰ ਇਸ ਮਿੱਟੀ ਦੀ ਅਸੀਂ ਪੂਜਾ ਕਰੀਏ। ਇਹ ਬੜੀ ਪਵਿੱਤਰ ਹੈ, ਇਹਨੂੰ ਕਿਸੇ ਵੀ ਕੀਮਤ ਦੇ ਉੱਤੇ ਆਪਾਂ ਮਾੜਾ ਨਾ ਕਹੀਏ। ਇਸੇ ਤਰ੍ਹਾਂ ਬੱਚਿਓ ਅਗਲਾ ਸ਼ਲੋਕ ਹੈ ਰੱਬੀ ਪਿਆਰ ਬਾਰੇ ਬਾਬਾ ਫਰੀਦ ਜੀ ਦਾ। ਫਰੀਦਾ ਸ਼ੱਕਰ ਖੰਡ ਨਿਵਾਸ ਗੁੜ। ਰੱਬ ਦੇ ਨਾਮ ਦੀ ਮਿਠਾਸ, ਰੱਬ ਦੇ ਨਾਮ ਦੀ ਉਚਾਈ, ਰੱਬ ਦੇ ਨਾਮ ਦੀ ਮਹਾਨਤਾ। ਬਾਬਾ ਫਰੀਦ ਜੀ ਇਸ ਧਰਤੀ ਦੇ ਉੱਤੇ ਮਨੁੱਖ ਦੇ ਖਾਣ ਪੀਣ ਵਾਲੀਆਂ ਜਿੰਨੀਆਂ ਵੀ ਮਿੱਠੀਆਂ ਚੀਜ਼ਾਂ ਨੇ ਨਾ, ਉਹਨੂੰ ਸਾਰਿਆਂ ਨੂੰ ਉਹ ਗਿਣ ਦਿੰਦੇ ਨੇ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ। ਮਾਖਿਓ ਦਾ ਮਤਲਬ ਹੁੰਦਾ ਬੱਚਿਓ, ਮਾਖਿਓ ਦਾ ਮਤਲਬ ਹੋ ਗਿਆ ਸ਼ਹਿਦ। ਮੱਝ ਦਾ ਦੁੱਧ, ਮਾਝਾ ਦੁੱਧ, ਖੰਡ, ਮਿਸ਼ਰੀ, ਗੁਲਕੰਦ, ਇਹ ਸਭ ਚੀਜ਼ਾਂ ਬਹੁਤ ਮਿੱਠੀਆਂ ਹੁੰਦੀਆਂ। ਬਾਬਾ ਫਰੀਦ ਜੀ ਕਹਿੰਦੇ ਕੋਈ ਸ਼ੱਕ ਨਹੀਂ, ਸ਼ੱਕਰ, ਖੰਡ, ਗੁਲਕੰਦ, ਮਿਸ਼ਰੀ, ਗੁੜ, ਸ਼ਹਿਦ ਤੇ ਮੱਝ ਦਾ ਦੁੱਧ, ਇਹ ਬੜੇ ਹੀ ਮਿੱਠੇ ਹੁੰਦੇ ਆ। ਪਰ ਇੰਨੀ ਮਿਠਾਸ ਦੇ ਬਾਵਜੂਦ ਵੀ ਬਾਬਾ ਫਰੀਦ ਜੀ ਕਹਿੰਦੇ ਵੀ ਜੋ ਪਰਮਾਤਮਾ ਦਾ ਨਾਮ ਹੈ ਉਹ ਇਹਨਾਂ ਸਾਰਿਆਂ ਤੋਂ ਹੀ, ਰੱਬ ਦੇ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੋਂ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹ ਚੀਜ਼ਾਂ ਬਹੁਤ ਮਿੱਠੀਆਂ ਨੇ, ਪਰ ਪਰਮਾਤਮਾ ਦੇ ਨਾਮ ਦੀ ਮਿਠਾਸ ਇਹਨਾਂ ਤੋਂ ਵੀ ਉੱਤੇ ਹੈ, ਸਭ ਤੋਂ ਉੱਤੇ ਹੈ। ਉਹ ਇੰਨੀਆਂ ਮਿੱਠੀਆਂ ਹੋ ਕੇ ਵੀ ਉਸ ਰੱਬ ਦੇ ਨਾਂ ਤੱਕ, ਰੱਬ ਦੇ ਨਾਂ ਦੀ ਮਿਠਾਸ ਤੱਕ ਨਹੀਂ ਪਹੁੰਚਦੀਆਂ। ਬਾਬਾ ਫਰੀਦ ਜੀ ਕਹਿਣਾ ਚਾਹੁੰਦੇ ਕਿ ਉਸ ਪਰਮਾਤਮਾ ਦਾ ਨਾਮ ਜੀਵ ਲਈ, ਮਨੁੱਖ ਜੀਵ ਲਈ, ਜਿਉਂਦੇ ਜੀ ਸਭ ਤੋਂ ਉੱਚਾ ਹੈ, ਸਭ ਤੋਂ ਮਹਾਨ ਹੈ, ਸਭ ਤੋਂ ਵੱਡਾ ਹੈ। ਇੱਕ ਹੋਰ ਆਪਾਂ ਸ਼ਲੋਕ ਬਾਬਾ ਫਰੀਦ ਜੀ ਦਾ ਇਸ ਟੈਕਸਟ ਦੇ ਵਿੱਚ ਹੀ ਸਾਡੇ ਬੱਚਿਆਂ ਲਈ ਬੜਾ ਪ੍ਰੇਰਨਾ ਸਰੋਤ ਹੈ। ਫਰੀਦਾ ਜਿੰਨੀ ਕਮੀ ਨਾਹੇ ਗੁਣ। ਫਰੀਦਾ ਜਿੰਨੀ ਕਮੀ ਨਾਹੇ ਗੁਣ। ਇੱਕ ਨੈਤਿਕ ਸਿੱਖਿਆ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਵਿੱਚ ਬੱਚਿਓ, ਸੰਸਾਰ ਦੀ ਨਾਸ਼ਮਾਨਤਾ, ਰੱਬੀ ਪਿਆਰ, ਸਦਾਚਾਰਕ ਸਿੱਖਿਆ, ਨੈਤਿਕ ਸਿੱਖਿਆ, ਹਰ ਸ਼ਲੋਕ ਦੇ ਵਿੱਚ ਸਾਨੂੰ ਇੱਕ ਨਾ ਇੱਕ ਬਾਬਾ ਫਰੀਦ ਜੀ ਨੇ ਇੱਕ ਨਾ ਇੱਕ ਵਿਸ਼ੇ ਦੀ ਸਿੱਖਿਆ ਦਿੱਤੀ ਹੋਈ ਆ। ਇਹਦੇ ਵਿੱਚ ਸਾਨੂੰ ਇੱਕ ਨੈਤਿਕ ਸਿੱਖਿਆ ਬਾਬਾ ਫਰੀਦ ਜੀ ਨੇ ਦਿੱਤੀ ਹੋਈ ਆ। ਕਈ ਜਿਉਂਦੇ ਜੀ ਅਸੀਂ ਮਨੁੱਖ ਬਹੁਤ ਸਾਰੇ ਇਹੋ ਜਿਹੇ ਕੰਮ ਕਰਦਾ ਵਾ ਜਿਨ੍ਹਾਂ ਕਰਕੇ ਕਿਸੇ ਵੇਲੇ ਉਹਨੂੰ ਸਮਾਜ ਵਿੱਚ, ਭਾਈਚਾਰੇ ਦੇ ਵਿੱਚ ਸ਼ਰਮਿੰਦਾ ਵੀ ਹੋਣਾ ਪੈਂਦਾ। ਤੇ ਬਾਬਾ ਫਰੀਦ ਜੀ ਕੀ ਕਹਿੰਦੇ ਆ? ਫਰੀਦਾ ਜਿੰਨੀ ਕਮੀ ਨਾਏ ਗੁਣ ਤੇ ਕਮੜੇ ਵਿਸਾਰ। ਜਿਹੜੇ ਕੰਮ ਕਰਦਾ ਤੈਨੂੰ ਕੋਈ ਲਾਭ ਨਹੀਂ ਹੁੰਦਾ, ਜਿਹੜੇ ਕੰਮ ਕਰਨ ਨਾਲ ਤੈਨੂੰ ਕੋਈ ਮਾਣ ਨਹੀਂ ਮਿਲਦਾ, ਇੱਜ਼ਤ ਨਹੀਂ ਮਿਲਦੀ, ਮਾਸ਼ਰੇ ਦੇ ਵਿੱਚ, ਭਾਈਚਾਰੇ ਦੇ ਵਿੱਚ ਸਨਮਾਨ ਨਹੀਂ ਮਿਲਦਾ, ਉਹ ਕੰਮ ਜਿਹੜੇ ਆ ਛੱਡ ਦੇ। ਨਹੀਂ ਤਾਂ ਕੀ ਹੋਏਗਾ ਜੇ ਤੂੰ ਨਾ ਛੱਡੇ ਤਾਂ। ਮਤ ਦਾ ਮਤਲਬ ਹੈ ਜੇ ਅਜਿਹਾ ਨਾ ਹੋਵੇ। ਉਹ ਕਹਿੰਦੇ ਕਿਤੇ ਇੱਦਾਂ ਨਾ ਹੋਵੇ ਵੀ ਇਹ ਆਪਣੇ ਇਹਨਾਂ ਕੰਮਾਂ ਕਰਕੇ, ਇਹਨਾਂ ਮਾੜੇ ਕੰਮਾਂ ਕਰਕੇ ਤੈਨੂੰ ਜਦੋਂ ਤੂੰ ਮਰਨ ਤੋਂ ਬਾਅਦ ਪਰਮਾਤਮਾ ਦੇ ਘਰ, ਰੱਬ ਦੇ ਘਰ ਜਾਣਾ ਆ ਤੇ ਉੱਥੇ ਤੈਨੂੰ ਫਿਰ ਸ਼ਰਮਿੰਦਗੀ ਉਠਾਉਣੀ ਪਵੇ। ਫਰੀਦਾ ਜਿੰਨੀ ਕਮੀ ਨਾਏ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਬਾਬਾ ਫਰੀਦ ਜੀ ਆਪਣੇ ਸ਼ਲੋਕਾਂ ਵਿੱਚ ਬਾਰ-ਬਾਰ ਵਿੱਚ ਸਾਨੂੰ ਇਸ ਗੱਲ ਦੀ ਤਾਕੀਦ ਕਰ ਰਹੇ ਆ ਕਿ ਮਨੁੱਖ ਦਾ ਜੀਵਨ ਨਾਸ਼ਮਾਨ ਹੈ। ਜੀਵ ਨੇ ਜਿਉਂਦੇ ਜੀ ਇਸ ਧਰਤੀ ਦੇ ਉੱਤੇ ਆਪਣਾ ਜੀਵਨ ਗੁਜ਼ਾਰ ਕੇ ਅਖੀਰ ਉਹਨੇ ਪਰਮਾਤਮਾ ਦੇ ਘਰ ਜਾਣਾ ਹੈ ਤੇ ਪਰਮਾਤਮਾ ਦੇ ਘਰ ਜਾ ਕੇ ਉਹਦੇ ਜਿਹੜੇ ਜੀਵਨ ਦੇ ਵਿੱਚ ਕੀਤੇ ਹੋਏ
ਚੰਗੇ ਤੇ ਮਾੜੇ ਕੰਮ ਆ ਉਹਨਾਂ ਦੀ ਜਿਹੜੀ ਆ ਉਹਨੂੰ ਉਹਦੇ ਮੁਤਾਬਕ ਉਹਨੂੰ ਮਾੜੇ ਕੰਮਾਂ ਦੇ ਮੁਤਾਬਕ ਸਜ਼ਾ ਮਿਲਣੀ ਹੈ, ਚੰਗੇ ਕੰਮਾਂ ਦੇ ਮੁਤਾਬਕ ਉਹਨੂੰ ਰੱਬ ਦੇ ਘਰ 'ਚ ਸਨਮਾਨ ਮਿਲਣਾ। ਧੰਨਵਾਦ। ਫਰੀਦ ਜੀ ਦਾ ਅਗਲਾ ਸ਼ਲੋਕ ਹੈ ਸਾਡੇ ਕੋਲੇ ਬੱਚਿਓ। ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਅਧੀਨਗੀ ਪਈ। ਬਾਬਾ ਫਰੀਦ ਜੀ ਕਿਸੇ ਦੀ ਪਰਾਧੀਨਤਾ ਨੂੰ, ਕਿਸੇ ਦੀ ਮੁਹਤਾਜੀ ਨੂੰ ਬੱਚਿਓ ਮੌਤ ਤੋਂ ਵੀ ਮਾੜਾ ਜਾਣਦੇ ਆ। ਤੇ ਪਰਮਾਤਮਾ ਅੱਗੇ ਅਰਦਾਸ ਕੀ ਕਰ ਰਹੇ ਆ, ਰੱਬ ਕੋ ਕੀ ਮੰਗ ਰਹੇ ਆ? ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ। ਸਾਈਂ, ਸਾਈਂ ਸ਼ਬਦ ਬਾਬਾ ਫਰੀਦ ਜੀ ਨੇ ਬਾਰ-ਬਾਰ ਪਰਮਾਤਮਾ ਵਾਸਤੇ ਵਰਤਿਆ ਹੈ। ਸੂਫੀ ਕਵੀਆਂ ਨੇ, ਸਾਰੇ ਸੂਫੀ ਕਵੀਆਂ ਨੇ ਸਾਈਂ ਸ਼ਬਦ ਨੂੰ ਪਰਮਾਤਮਾ ਵਾਸਤੇ ਸਾਈਂ ਸ਼ਬਦ ਜਿਹੜਾ ਉਹਨਾਂ ਨੇ ਵਰਤਿਆ ਹੋਇਆ। ਤੇ ਬਾਬਾ ਫਰੀਦ ਜੀ ਕੀ ਕਹਿ ਰਹੇ ਆ? ਹੇ ਪਰਮਾਤਮਾ, ਮੈਨੂੰ ਜੀਵਨ ਵਿੱਚ ਕਿਸੇ ਦਾ ਮੁਹਤਾਜ ਨਾ ਬਣਾਈ, ਕਿਸੇ ਦੀ ਪਰਅਧੀਨ ਨਾ ਬਣਾਈ, ਕਿਸੇ ਦੇ ਅਧੀਨ ਨਾ ਬਣਾਈ, ਕਿਸੇ ਦੇ ਗੁਲਾਮ ਨਾ ਮੈਨੂੰ ਬਣਾਈ। ਜੇ ਤੂੰ ਮੈਨੂੰ ਕਿਸੇ ਦਾ ਗੁਲਾਮ ਬਣਾ ਕੇ ਜੀਵਨ ਮੈਨੂੰ ਜਿਉਣਾ ਹੈ, ਜੇ ਮੈਨੂੰ ਤੂੰ ਇਸ ਤਰ੍ਹਾਂ ਦਾ ਜੀਵਨ ਦੇਣਾ ਕਿ ਮੈਨੂੰ ਆਪਣੇ ਜੀਵਨ ਵਿੱਚ ਕਿਸੇ ਦਾ ਗੁਲਾਮ ਬਣਨਾ ਪਵੇ, ਕਿਸੇ ਦੇ ਅਧੀਨ ਹੋਣਾ ਪਵੇ, ਕਿਸੇ ਦਾ ਮੁਹਤਾਜ ਹੋਣਾ ਪਵੇ, ਤੇ ਇਹਦੇ ਨਾਲੋਂ ਚੰਗਾ ਆ ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ। ਜੇ ਤੂੰ ਇਵੇਂ ਰੱਖ ਸੀ ਜੀਓ ਸਰੀਰੋ ਲੈ। ਬਾਬਾ ਫਰੀਦ ਜੀ ਕਹਿੰਦੇ ਵੀ ਜੇ ਮੈਨੂੰ ਇਸੇ ਤਰ੍ਹਾਂ ਦਾ ਹੀ ਜੀਵਨ ਦੇਣਾ ਹੈ ਪਰਮਾਤਮਾ, ਮੁਹਤਾਜੀ ਭਰਿਆ ਜੀਵਨ ਦੇਣਾ, ਤੇ ਇਹਦੇ ਨਾਲੋਂ ਤੂੰ ਫਿਰ ਮੇਰੀ ਜਿੱਦਾਂ ਕਹਿ ਦਿੰਦੇ ਜਾਨ ਹੀ ਕੱਢ ਲਾ, ਇਹਦੇ ਨਾਲੋਂ ਤੂੰ ਮੇਰਾ ਸਰੀਰ ਹੀ ਚੁੱਕ ਲਾ, ਇਹਦੇ ਨਾਲੋਂ ਮੈਨੂੰ ਬਾਬਾ ਫਰੀਦ ਜੀ ਕਹਿਣਾ ਚਾਹੁੰਦੇ ਵੀ ਮੌਤ ਚੰਗੀ ਹੈ। ਇਸ ਸ਼ਲੋਕ ਦੇ ਵਿੱਚ ਬੱਚਿਓ ਫਿਰ ਬਾਬਾ ਫਰੀਦ ਜੀ ਸਾਨੂੰ ਜਿਹੜਾ ਮੁਹਤਾਜੀ ਦਾ ਜੀਵਨ ਹੈ, ਜਦੋਂ ਬੱਚਿਓ ਅਸੀਂ ਜ਼ਿੰਦਗੀ ਦੇ ਵਿੱਚ ਮਿਹਨਤ ਨਹੀਂ ਕਰਦੇ, ਜਦੋਂ ਵਕਤ ਰਹਿੰਦਿਆਂ ਅਸੀਂ ਮਿਹਨਤ ਨਹੀਂ ਕਰਦੇ, ਤੇ ਫਿਰ ਭਈ ਜ਼ਿੰਦਗੀ ਵਿੱਚ ਬਹੁਤ ਵਾਰੀ ਜਿਹੜਾ ਨਾ ਉਹ ਕਿਸੇ ਨਾ ਕਿਸੇ ਦਾ ਮੁਹਤਾਜ ਹੋਣਾ ਪੈਂਦਾ ਹੈ, ਕਿਸੇ ਨਾ ਕਿਸੇ ਅੱਗੇ ਹੱਥ ਅੱਡਣਾ ਪੈਂਦਾ, ਜਿਹਨੂੰ ਬਾਬਾ ਫਰੀਦ ਜੀ ਨੇ ਮੌਤ ਨਾਲੋਂ ਵੀ ਭੈੜਾ ਜਿਹੜਾ ਉਹ ਦੱਸਿਆ ਹੋਇਆ ਆ। ਇਸ ਕਰਕੇ ਇਸ ਸ਼ਲੋਕ ਦੇ ਵਿੱਚ ਬਾਬਾ ਫਰੀਦ ਜੀ ਨੇ ਸਾਨੂੰ ਇੱਕ ਸਦਾਚਾਰਕ ਸਿੱਖਿਆ ਦਿੱਤੀ ਹੈ ਵੀ ਸਾਨੂੰ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਵੀ ਜਿਹਦੇ ਕਾਰਨ ਸਾਨੂੰ ਕਦੇ ਵੀ ਕਿਸੇ ਦਾ ਮੁਹਤਾਜ ਨਾ ਹੋਣਾ ਪਵੇ। ਇੱਕ ਹੋਰ ਅਗਲਾ ਸ਼ਲੋਕ ਜਿਹੜਾ ਬਾਬਾ ਫਰੀਦ ਜੀ ਦਾ ਬੜਾ ਬੱਚਿਓ ਸਿੱਖਿਆਦਾਇਕ ਹੈ, ਬੜਾ ਨੈਤਿਕਤਾ ਉਹਦੇ ਵਿੱਚ ਭਰੀ ਹੋਈ ਹੈ। ਨੈਤਿਕ ਸਿੱਖਿਆ ਅਤੇ ਸਦਾਚਾਰਕ ਸਿੱਖਿਆ ਦੋਵੇਂ ਤਰ੍ਹਾਂ ਦੀਆਂ ਇਹਦੇ ਵਿੱਚ ਸ਼ਾਮਲ ਨੇ। ਉਹ ਹੈ ਫਰੀਦਾ ਬੁਰੇ ਦਾ ਭਲਾ ਕਰ। ਆਮ ਤੌਰ ਦੇ ਉੱਤੇ ਸਾਡੇ ਸਮਾਜ ਦੇ ਵਿੱਚ ਬੱਚਿਓ ਆਪਾਂ ਜਦੋਂ ਕਿਸੇ ਬੁਰਾ ਆਦਮੀ ਦੇਖਦੇ ਆ ਨਾ, ਤੇ ਸਾਡੇ ਮਨ ਵਿੱਚ ਉਹਦੇ ਪ੍ਰਤੀ ਬੜੇ ਬੁਰੇ ਭਾਵ ਆਉਂਦੇ ਆ, ਬੜਾ ਉਹਦੇ ਪ੍ਰਤੀ ਗੁੱਸਾ ਆਉਂਦਾ ਆ, ਬੜੇ ਲੜਾਈ ਝਗੜੇ ਵੀ ਹੋ ਜਾਂਦੇ ਆ ਵੀ। ਪਰ ਬਾਬਾ ਫਰੀਦ ਜੀ ਕੀ ਕਹਿੰਦੇ ਆ ਭਈ ਮਨੁੱਖ ਨੂੰ ਜਿਹੜਾ ਆਪਣੇ ਮਨ ਵਿੱਚ ਇੰਨੀ ਨਿਮਰਤਾ ਉਹਦੇ ਮਨ 'ਚ ਹੋਣੀ ਚਾਹੀਦੀ ਆ ਭਈ ਜੇ ਕੋਈ ਬੁਰਾ ਆਦਮੀ ਆ ਤੇ ਉਹਦਾ ਵੀ ਜਿਹੜਾ ਸਾਨੂੰ ਭਲਾ ਕਰਨਾ ਚਾਹੀਦਾ। ਤੇ ਇਸ ਤਰ੍ਹਾਂ ਕਰਨ ਨਾਲ ਜੇ ਕਿਸੇ ਮਨੁੱਖ ਦਾ ਮਨ ਇਸ ਤਰ੍ਹਾਂ ਦਾ ਹੋਏਗਾ ਵੀ ਉਹ ਬੁਰੇ ਆਦਮੀ ਦਾ ਵੀ ਉਹਦੇ ਮਨ ਵਿੱਚ ਭਲਾ ਹੋਏਗਾ, ਤੇ ਉਹਨੂੰ ਬਾਬਾ ਫਰੀਦ ਜੀ ਕਹਿੰਦੇ ਆ ਵੀ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਇੰਨੇ ਨਿਮਰ ਸੁਭਾਅ ਵਾਲਾ ਮਨੁੱਖ ਹੁੰਦਾ, ਉਹਨੂੰ ਕਦੇ ਵੀ ਉਹਦੇ ਸਰੀਰ ਨੂੰ ਦੇਹੀ ਦਾ ਮਤਲਬ ਹੈ ਸਰੀਰ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਇਹੋ ਜਿਹੇ ਜਿਹੜੇ ਮਨੁੱਖ ਹੁੰਦੇ ਆ ਜਿਨ੍ਹਾਂ ਦੇ ਮਨ ਵਿੱਚ ਬੁਰੇ ਵਿਅਕਤੀਆਂ ਪ੍ਰਤੀ ਵੀ ਜਿਹੜਾ ਭਲਾਈ ਹੁੰਦੀ ਆ, ਅੱਛਾਈ ਹੁੰਦੀ ਆ, ਚੰਗਾਈ ਹੁੰਦੀ ਆ, ਉਹਨਾਂ ਦੇ ਸਰੀਰ ਨੂੰ ਕਦੇ ਵੀ ਕੋਈ ਰੋਗ ਨਹੀਂ ਲੱਗਦਾ। ਬਾਬਾ ਫਰੀਦ ਜੀ ਇਹਦੇ ਵਿੱਚ ਕਹਿਣਾ ਕੀ ਚਾਹੁੰਦੇ ਬੱਚਿਓ ਭਈ ਆਮ ਤੌਰ 'ਤੇ ਜਦੋਂ ਅਸੀਂ ਗੁੱਸਾ ਕਰਦੇ ਨਾ ਕਿਸੇ ਬੁਰੇ ਆਦਮੀ ਵੱਲ ਵੇਖ ਕੇ ਸਾਨੂੰ ਗੁੱਸਾ ਆਉਂਦਾ, ਤੇ ਗੁੱਸੇ ਨਾਲ ਸਾਡੇ ਸਰੀਰ 'ਚ ਬਹੁਤ ਸਾਰੇ ਜਿਹੜੇ ਰੋਗ ਉਪਜਦੇ ਆ। ਜਿਹੜੇ ਸਾਡੇ ਸਰੀਰ ਦਾ ਜਿਹੜਾ ਅੰਦਰੂਨੀ ਨਾੜੀ ਸਿਸਟਮ ਹੈ ਉਹ ਗੁੱਸੇ ਦੇ ਕਾਰਨ ਜਦੋਂ ਸੁੰਗੜਦਾ, ਤੇ ਬਹੁਤ ਸਾਰੇ ਜਿਹੜੇ ਵਕਾਰ ਸਾਡੇ ਸਰੀਰ ਵਿੱਚ ਬਲੱਡ ਜਿਹੜਾ ਖੂਨ ਦਾ ਦਬਾਅ ਵਰਗੇ, ਬਲੱਡ ਪ੍ਰੈਸ਼ਰ ਵਰਗੇ ਵਕਾਰ ਜਿਹੜੇ ਉਪਜਦੇ ਆ, ਤੇ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਜਿਹੜੇ ਆ। ਅੱਜ ਇਹ ਵਿਗਿਆਨੀਆਂ ਨੇ ਇਹ ਗੱਲ ਸਿੱਧ ਕੀਤੀ ਹੋਈ ਆ ਵੀ ਜਿਹੜਾ ਬੰਦਾ ਸਦਾ ਹੀ ਸੜਿਆ ਭੁੱਜਿਆ ਰਹਿੰਦਾ ਆ, ਜਿਹੜਾ ਉਹਨੂੰ ਆਮ ਤੌਰ ਦੇ ਉੱਤੇ ਜਿਹੜਾ ਵਾ ਉਹਦੇ ਖੂਨ ਵਿੱਚ ਖਟਾਈ ਜਿਹੀ ਪੈਦਾ ਹੋ ਜਾਂਦੀ ਆਮ ਤੌਰ 'ਤੇ। ਉਹ ਜਿਹੜੇ ਬੜੇ ਨਾਮਰਾਦ ਰੋਗ ਹੈ, ਜਿਹੜਾ ਜੋੜਾਂ ਦਾ ਰੋਗ ਹੈ, ਜਿਹਨੂੰ ਗੰਠੀਆਂ ਕਹਿ ਦਿੰਦੇ ਆ, ਜਾਂ ਜਿਹੜੀ ਅੱਜ ਹਰ ਜਿਹੜਾ ਜਿਹਨੂੰ ਆਪਾਂ ਖੂਨ ਦਾ ਦਬਾਅ ਕਹਿ ਦਿੰਦੇ ਆ, ਬਲੱਡ ਪ੍ਰੈਸ਼ਰ ਕਹਿ ਦਿੰਦੇ ਆ, ਉਹ ਵੀ ਇਸ ਗੁੱਸੇ ਦੇ ਕਾਰਨ ਹੀ, ਉਹਦਾ ਵੀ ਕਾਰਨ ਕਿਤੇ ਨਾ ਕਿਤੇ ਸਾਡੇ ਸਰੀਰ ਦਾ ਜਿਹੜਾ ਇਹ ਇਸ ਤਰ੍ਹਾਂ ਦਾ ਸੁਭਾਅ ਹੀ ਹੁੰਦਾ ਹੈ। ਇਸ ਕਰਕੇ ਬਾਬਾ ਫਰੀਦ ਜੀ ਨੇ ਬੱਚਿਓ 800 ਸਾਲ ਪਹਿਲਾਂ ਵੇਖੋ ਆਪਣੇ ਸ਼ਲੋਕ ਵਿੱਚ ਸਾਨੂੰ ਇਹ ਸਿੱਖਿਆ ਦਿੱਤੀ ਸੀ। ਜਿਹੜੀ ਬਾਬਾ ਫਰੀਦ ਜੀ ਦੇ ਜਿਹੜੇ ਸ਼ਲੋਕ ਬੱਚੇ ਅਸੀਂ ਤੁਹਾਨੂੰ ਤਾਂ ਪੜ੍ਹਾ ਰਹੇ ਹਾਂ
ਕਿਉਂ ਇਹਨਾਂ ਨੂੰ ਸਿਲੇਬਸ ਵਿੱਚ ਸ਼ਾਮਲ ਕੀਤਾ ਗਿਆ ਸਾਡੀ 12ਵੀਂ ਜਮਾਤ ਦੇ ਵੀ 12ਵੀਂ ਹੁਣ ਤੁਸੀਂ ਬੱਚੇ ਜਿਹੜੇ ਸਿਆਣੇ ਹੋ ਗਏ ਆ। ਹੁਣ ਤੁਹਾਨੂੰ ਜ਼ਿੰਦਗੀ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਜਿਹੜੀ ਜ਼ਿੰਦਗੀ ਹੈ ਉਹਦੇ 'ਚ ਕਿਸ ਤਰ੍ਹਾਂ ਦਾ ਤੁਹਾਡਾ ਕਿਹੜੇ ਗੁਣ ਧਾਰਨ ਕਰਨੇ ਚਾਹੀਦੇ, ਕਿਸ ਤਰ੍ਹਾਂ ਦਾ ਸੁਭਾਅ ਹੋਣਾ ਚਾਹੀਦਾ, ਇਹ ਵੀ ਗੱਲਾਂ ਤੁਸੀਂ ਗ੍ਰਹਿਣ ਕਰਨੀਆਂ। ਬਾਬਾ ਫਰੀਦ ਜੀ ਦੇ ਸ਼ਲੋਕ ਮੇਰਾ ਪੜ੍ਹਨ ਲਈ ਨਹੀਂ ਹੈ ਸਾਡੇ ਪਾਠਕ੍ਰਮ ਵਿੱਚ ਸ਼ਾਮਲ ਕੀਤੇ ਗਏ, ਸਗੋਂ ਇਹਨਾਂ ਨੂੰ ਪੜ੍ਹ ਕੇ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਬੱਚਿਓ ਇਹਨਾਂ ਦੇ ਆਪਣੇ ਜੀਵਨ ਦੇ ਵਿੱਚ ਅਮਲ ਇਹਨਾਂ ਦਾ ਕਰਨਾ, ਇਹਨਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਜਿਹੜਾ ਹੈ। ਇਸ ਕਰਕੇ ਸਾਡੇ ਸਿੱਖਿਆ ਵਿਭਾਗ ਦੀ ਜਿਹੜੀ ਜੋ ਮਾਹਰ ਟੀਮ ਸੀ ਪਾਠਕ੍ਰਮ ਬਣਾਉਣ ਵਾਲੇ, ਉਹਨਾਂ ਨੇ ਇਸ ਕਰਕੇ ਬਾਬਾ ਫਰੀਦ ਜੀ ਦੇ ਉਹ ਸ਼ਲੋਕ ਸਾਡੇ ਬੱਚਿਆਂ ਨੂੰ ਦਿੱਤੇ ਨੇ ਜਿਨ੍ਹਾਂ ਨੂੰ ਉਹ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ 'ਚ ਅਪਲਾਈ ਕਰਕੇ ਆਪਣੇ ਜੀਵਨ 'ਚ ਧਾਰਨ ਕਰਕੇ ਤੇ ਬਹੁਤ ਅੱਛਾ ਇਨਸਾਨੀ ਚੰਗੇ ਗੁਣਾਂ ਵਾਲਾ ਜੀਵਨ ਜਿਹੜਾ ਜੀ ਸਕਦੇ। ਧੰਨਵਾਦ ਜੀ।